हाँ जी स्टूडेंट सत श्री अकाल सारिਆਂ ਨੂੰ स्वागत आ अज ਦੀ क्लास ਦੇ ਵਿੱਚ ਸਾਰਿਆਂ ਦਾ। ਜਿਵੇਂ ਤੁਹਾਨੂੰ ਸਭ ਨੂੰ ਪਤਾ ਵੀ ਆਪਾਂ ਇੰਡੀਅਨ ਪੋਲੀਟੀਕਲ ਦੀ ਸਟਾਰਟਿੰਗ ਕੀਤੀ ਸੀਗੀ ਤੇ ਜਦੋਂ ਅਸੀਂ ਇੰਡੀਅਨ ਪੋਲੀਟੀਕਲ ਦੀ ਸ਼ੁਰੂਆਤ ਕਰਦੇ ਆ ਫॉर ਐਗਜ਼ਾਮਪਲ ਜਿੱਦਾਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਸਾਡੇ ਇਤਿਹਾਸਕਾਰਾਂ ਨੇ ਸਾਨੂੰ ਇਤਿਹਾਸ ਕਿੱਦਾਂ ਦਿੱਤਾ। ਇਹ ਥੋੜੀ ਆ ਵੀ ਇਤਿਹਾਸ ਉਹਨਾਂ ਦੀ ਕੋਈ ਦਿਮਾਗ ਦੀ ਇਮੈਜੀਨੇਸ਼ਨ ਹੀ नो ਉਹਨਾਂ ਨੇ ਸਰੋਤਾਂ ਦੇ ਆਧਾਰ ਤੇ ਜੋ ਵੀ ਉਹਨਾਂ ਨੂੰ ਪੁਰਾਤਨ ਸਰੋਤ ਉਸ ਟਾਈਮ ਤੇ ਮਿਲੇ ਉਹਨਾਂ ਨੇ ਪੁਰਾਤਨ ਸਰੋਤਾਂ ਦੇ ਆਧਾਰ ਤੇ ਸਾਨੂੰ ਇਤਿਹਾਸ ਲਿਖ ਕੇ ਦੇਤਾ। ਠੀਕ ਹੈ, ਯਾਨੀ ਕਿ ਸਾਡੀ ਹਿਸਟਰੀ ਕਿੰਨਾ ਤੇ ਡਿਪੈਂਡ ਕਰਦੀ ਆ ਸਾਡੇ ਪੁਰਾਤਨ ਸਰੋਤਾਂ ਤੇ ਡਿਪੈਂਡ ਕਰਦੀ ਆ। ਠੀਕ ਉਸੇ ਤਰ੍ਹਾਂ ਹੀ ਜਦੋਂ ਅਸੀਂ ਇੰਡੀਅਨ ਪੋਲੀਟੀਕਲ ਦੀ ਸ਼ੁਰੂਆਤ ਕਰਦੇ ਆ ਤੇ ਸਾਡਾ ਜਿਹੜਾ ਕਨਸਟੀਟਿਊਸ਼ਨ ਮੰਨ ਕੇ ਚੱਲੋ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਇਹ ਕਿਸ ਤੇ ਡਿਪੈਂਡ ਕਰਦਾ ਆ, ਇਹ ਵੀ ਕੁਝ ਸਰੋਤਾਂ ਤੇ ਡਿਪੈਂਡ ਕਰਦਾ ਵਾ। ਤੇ ਇਹਦੇ ਸਰੋਤ ਕਿਹੜੇ ਨੇ? ਇਹਦੇ ਸਰੋਤ ਐਕਟ ਨੇ, ਉਹੀ ਐਕਟ ਜਿਹੜੇ ਅਸੀਂ ਕੁਛ ਕੁ ਪੜ੍ਹ ਚੁੱਕੇ ਆ ਤੇ ਕੁਛ ਕੁ ਜਿਹੜੇ ਸਾਡੇ ਅੱਜ 3 ਬਾਕੀ ਰਹਿੰਦੇ ਉਹ ਅਸੀਂ ਅੱਜ ਪੜ੍ਹਨੇ ਆ। ਇਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਸਰੋਤ ਆ। ਕਿਵੇਂ ਸਰੋਤ ਆ? ਦੇਖੋ ਕੁਝ ਐਕਟ ਇਦਾਂ ਦੇ ਜਿਨ੍ਹਾਂ ਦੇ ਇੱਕ ਐਕਟ ਅਸੀਂ ਪੜ੍ਹਿਆ ਵੀ ਹੈ ਹਨਾ ਵੀ ਇੱਕ ਐਕਟ ਦੇ ਤਹਿਤ ਸਾਡੀ ਸੁਪਰੀਮ ਕੋਰਟ ਦੀ ਸਥਾਪਨਾ ਹੁੰਦੀ ਹੈ ਕਲਕੱਤੇ ਦੇ ਵਿੱਚ। ਠੀਕ ਹੈ, ਕਿਸੇ ਐਕਟ ਦੇ ਤਹਿਤ ਸਾਡੀ ਵਿਧਾਨ ਪਾਲਿਕਾ ਦਾ ਨਿਰਮਾਣ ਹੁੰਦਾ ਵਾ, ਕਿਸੇ ਐਕਟ ਦੇ ਤਹਿਤ ਚੋਣਾਂ ਦਾ ਨਿਰਮਾਣ ਹੁੰਦਾ ਵਾ, ਕਿਸੇ ਐਕਟ ਦੇ ਤਹਿਤ ਹੇਠਲਾ ਸਦਨ ਬਣਦਾ ਵਾ, ਉੱਪਰਲਾ ਸਦਨ ਬਣਦਾ ਵਾ ਤੇ ਕਿੰਨਾ ਐਕਟਾਂ ਦੇ ਤਹਿਤ ਜੋ ਵੀ ਆ ਹਨਾ ਵੀ ਚੋਣਾਂ ਦਾ ਪ੍ਰਬੰਧ ਹੁੰਦਾ। ਕਿੰਨਾ ਕੁਝ ਆ, ਸਾਰਾ ਕੁਝ ਮੈਂ ਤੁਹਾਨੂੰ ਕੁਝ ਕੁ ਪੜ੍ਹਾ ਚੁੱਕੀ ਆ, ਕੁਝ ਕੁ ਗੱਲਾਂ ਅੱਜ ਰਹਿੰਦੀਆਂ ਜਿਹੜੀਆਂ ਆਪਾਂ ਅੱਜ ਪੜ੍ਹਨੀਆਂ ਹੈ। ਠੀਕ ਆ, ਇਹ ਜਿਹੜੇ ਐਕਟ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਕਿਉਂਕਿ ਇਹ ਸਾਡੀ ਇੰਡੀਅਨ ਪੋਲੀਟੀਕਲ ਦੇ ਕੀ ਹੈਗੇ ਨੇ? ਸਰੋਤ ਹੈਗੇ ਨੇ। ਠੀਕ ਹੈ, ਇਹਨਾਂ ਐਕਟਾਂ ਨੂੰ ਆਪਾਂ ਦੋ ਤਰੀਕੇ ਦੇ ਨਾਲ ਪੜ੍ਹਿਆ ਸੀ। ਜਿਹੜਾ ਆਪਣਾ ਪਹਿਲਾ ਤਰੀਕਾ ਸੀਗਾ, ਤਰੀਕਾ ਨਾ ਕਹਿ ਲਓ ਵੀ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪੜ੍ਹਿਆ ਸੀ ਕਿ ਆਪਾਂ ਨਹੀਂ ਵੰਡਿਆ, ਵੈਸੇ ਵੀ ਇਹ ਐਕਟ ਏਦਾਂ ਹੀ ਪੜ੍ਹਨੇ ਚਾਹੀਦੇ ਕਿਉਂਕਿ ਇਹ ਐਕਟ ਦੋ ਕੰਪਨੀਆਂ ਦੇ ਤਹਿਤ ਪਾਸ ਹੋਏ ਆ। ਪਹਿਲੀ ਕੰਪਨੀ ਸੀਗੀ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਦੇ ਤਹਿਤ ਜਿਹੜੇ ਐਕਟ ਪਾਸ ਹੋਏ ਉਹ 1773 ਤੋਂ ਲੈ ਕੇ 1853 ਤੱਕ ਨੇ। 1853 ਤੱਕ ਨੇ ਜਿੱਥੋਂ ਰੈਗੂਲੇਟਿੰਗ ਐਕਟ ਦੀ ਸ਼ੁਰੂਆਤ ਹੁੰਦੀ ਆ। ਠੀਕ ਆ, ਉਸ ਤੋਂ ਬਾਅਦ ਅਸੀਂ ਬ੍ਰਿਟਿਸ਼ ਕਰਾਊਨ ਦੇ ਐਕਟ ਪੜ੍ਹਦੇ ਆ। ਬ੍ਰਿਟਿਸ਼ ਕਰਾਊਨ ਦੇ ਐਕਟ ਜਿਹੜੇ ਆ ਇਹਦੇ ਵਿੱਚ ਅਸੀਂ 3 ਐਕਟ ਪੜ੍ਹ ਲਏ ਸੀ। ਠੀਕ ਆ, ਜਿਹੜੀ ਸਾਡੀ ਈਸਟ ਇੰਡੀਆ ਕੰਪਨੀ ਦੇ ਐਕਟ ਆ ਇਹ ਤੁਹਾਨੂੰ ਪਾਰਟ 1 ਦੇ ਵਿੱਚ ਮਿਲ ਜਾਣਗੇ ਸਾਰੇ। ਜਿਹੜੇ ਬ੍ਰਿਟਿਸ਼ ਕਰਾਊਨ ਦੇ ਐਕਟ ਆ ਪਾਰਟ 2 ਦੇ ਵਿੱਚ ਆਪਾਂ 3 ਕਵਰ ਕਰ ਲਏ ਸੀ। 3 ਆਪਣੇ ਰਹਿੰਦੇ ਸੀ, ਉਹ ਥੋੜੇ ਜਿਹੇ ਲੈਂਥੀ ਸੀ ਜਾਂ ਕਹਿ ਲਓ ਵੀ ਉਹਨਾਂ ਦੇ ਵਿੱਚ ਸਮਝਾਉਣ ਵਾਲੀਆਂ ਗੱਲਾਂ ਕਾਫੀ ਸੀਗੀਆਂ ਜਾਂ ਕਹਿ ਲਓ ਵੀ ਜਿੱਥੇ ਆ ਕੇ ਸਾਡਾ ਦੇਸ਼ ਆਜ਼ਾਦ ਹੁੰਦਾ ਵਾ ਜਾਂ ਭਾਰਤ ਤੇ ਪਾਕਿਸਤਾਨ ਦੋ ਆਜ਼ਾਦ ਦੇਸ਼ ਬਣਦੇ ਨੇ, ਇੱਥੇ ਆ ਕੇ ਸਾਡੇ ਇਹਨਾਂ ਐਕਟਾਂ ਦੀ ਸਮਾਪਤੀ ਹੁੰਦੀ ਆ। ਠੀਕ ਆ, ਉਸ ਤੋਂ ਬਾਅਦ ਵੀ ਐਕਟ ਕਈ ਆਉਂਦੇ ਨੇ ਪਰ ਕਹਿ ਲਓ ਵੀ ਇਹ ਸਾਡੀ ਇੰਡੀਅਨ ਪੋਲੀਟੀਕਲ ਦੇ ਕੀ ਨੇ? ਸਰੋਤ ਨੇ। ਇਸ ਕਰਕੇ ਜੇ ਪਾਰਟ 2 ਦੇ ਵਿੱਚ ਹੀ ਇਹ ਵੀ ਤਿੰਨੇ ਮੈਂ ਕਰ ਦਿੰਦੀ, ਕੰਪਲੀਟ ਕਰ ਦਿੰਦੀ ਸੋ ਕਲਾਸ ਕਾਫੀ ਆਪਣੀ ਲੈਂਥੀ ਹੋ ਜਾਣੀ ਸੀ। ਜਿਵੇਂ ਮੈਂ ਇੱਕ ਵੀਡੀਓ ਪਾਈ ਸੀ ਵੀ ਇਸ ਚੈਨਲ ਤੇ ਤੁਹਾਨੂੰ ਕੋਈ ਜ਼ਿਆਦਾ ਲੌਂਗ ਵੀਡੀਓ ਨਹੀਂ ਮਿਲਣਗੀਆਂ, ਜ਼ਿਆਦਾ ਲੌਂਗ ਲੈਕਚਰ ਨਹੀਂ ਮਿਲਣਗੇ ਕਿਉਂਕਿ ਅਕਸਰ ਜਿਹੜਾ ਕਿਸੇ ਵੀ ਕੰਮ ਦੇ ਵਿੱਚ ਰਿਸਪੌਂਸੀਬਲ ਬੰਦਾ ਹੈ ਚਾਹੇ ਉਹ ਹਾਊਸ ਵਾਈਫ ਹੈ ਹਨਾ ਵੀ ਬੱਚੇ ਆ ਛੋਟੇ ਕੁਛ ਵੀ ਆ ਕਿੰਨਾ ਕੁਝ ਹੁੰਦਾ ਹਨਾ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਲੌਂਗ ਕਲਾਸਾਂ ਦੇਖਣੀਆਂ ਉਹਨਾਂ ਲਈ ਮੁਸ਼ਕਲ ਹੋ ਜਾਂਦੀਆਂ। ਮੈਂ ਵੀਡੀਓ ਪਾਈ ਸੀ, ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖ ਲੈਣਾ, ਤੁਹਾਨੂੰ ਸਾਰੀ ਡਿਟੇਲ ਉੱਥੋਂ ਪਤਾ ਲੱਗ ਜੂਗੀ। ਠੀਕ ਆ, ਇਸ ਕਰਕੇ ਪਾਰਟ 2 ਜਿਹੜਾ ਵਾ ਇਹਦੇ ਵਿੱਚ ਆਪਣੇ 3 ਐਕਟ ਬਾਕੀ ਰਹਿੰਦੇ ਸੀ, ਉਹ ਆਪਾਂ ਪਾਰਟ 3 ਦੇ ਵਿੱਚ ਅੱਜ ਕਰਨ ਜਾ ਰਹੇ ਹਾਂ। ਠੀਕ ਹੈ, ਤੇ ਚਲੋ ਆਪਾਂ ਅੱਜ ਸਟਾਰਟ ਕਰਦੇ ਹਾਂ ਕਿਉਂਕਿ ਇਹ ਤਿੰਨੋਂ ਹੀ ਐਕਟ ਜਿਹੜੇ ਆਪਾਂ ਅੱਜ ਕਰਨ ਜਾ ਰਹੇ ਹਾਂ ਮੋਸਟ ਇੰਪੋਰਟੈਂਟ ਆ। ਠੀਕ ਆ, ਉਹਦੇ ਵਿੱਚ ਆਪਣਾ ਚੌਥਾ ਐਕਟ ਆਉਂਦਾ ਸੀ, 3 ਆਪਾਂ ਕਰ ਲਏ ਸੀਗੇ। 1919 ਮੌਂਟਿੰਗ ਇੱਕ ਚੀਜ਼ ਇੱਥੇ ਧਿਆਨ ਇੱਧਰ ਗੌਰ ਕਰਿਓ, ਜਦੋਂ ਆਪਾਂ ਈਸਟ ਇੰਡੀਆ ਕੰਪਨੀ ਦੇ ਐਕਟ ਪੜ੍ਹੇ ਸੀ ਠੀਕ ਆ ਉਹਦੇ ਵਿੱਚ ਆਪਣਾ ਸਭ ਤੋਂ ਲਾਸਟ ਤੇ ਆਉਂਦਾ ਸੀਗਾ 1853 ਦਾ ਚਾਰਟਰ ਐਕਟ। ਠੀਕ ਹੈ, ਇਹਦੇ ਤਹਿਤ ਆਪਾਂ ਇੱਕ ਚੀਜ਼ ਪੜ੍ਹੀ ਵੀ ਇਹਦੇ ਤਹਿਤ ਸਾਡੀ ਵਿਧਾਨ ਪਾਲਿਕਾ ਦਾ ਨਿਰਮਾਣ ਹੋਇਆ। ਸਾਡੀ ਵਿਧਾਨ ਪਾਲਿਕਾ ਦਾ ਨਿਰਮਾਣ ਠੀਕ ਹੈ, ਇਹ ਚੀਜ਼ ਆਪਾਂ ਪੜ੍ਹੀ ਕਿਹਦੇ ਵਿੱਚ ਪੜ੍ਹੀ? 1853 ਦਾ ਚਾਰਟਰ ਐਕਟ। ਉਸ ਤੋਂ ਬਾਅਦ ਆਪਾਂ 1909 ਵਾਲਾ
ਮਾਰਲੇ ਮਿੰਟੋ ਅੰਦੋਲਨ ਪੜਿਆ ਸੀਗਾ, ਮਾਰਲੇ ਮਿੰਟੋ ਅੰਦੋਲਨ। ਠੀਕ ਹੈ, ਅੰਦੋਲਨ ਨਹੀਂ ਜਾਂ ਐਕਟ ਕਹਿ ਸਕਦੇ ਜਾਂ ਸੁਧਾਰ ਵੀ ਲਿਖਿਆ ਹੁੰਦਾ ਵਾ। ਠੀਕ ਆ, ਇਹਦੇ ਵਿੱਚ ਆਪਾਂ ਕੀ ਪੜਿਆ ਸੀ, ਇੱਥੇ ਸਿਰਫ ਆਪਾਂ ਵਿਧਾਨ ਪਾਲਿਕਾ ਦੀ ਗੱਲ ਕਰ ਰਹੇ ਹਾਂ। ਇਹਨਾਂ ਦੇ ਮੈਂ ਬਾਕੀ ਪੁਆਇੰਟ ਤੁਹਾਨੂੰ ਸਾਰੇ ਲਿਖਾਏ ਪਾਰਟ 2 ਦੇ ਵਿੱਚ। ਇੱਥੇ ਸਿਰਫ ਆਪਾਂ ਗੱਲ ਕਿਹਦੀ ਕਰ ਰਹੇ ਹਾਂ, ਵਿਧਾਨ ਪਾਲਿਕਾ ਦੀ, ਕਿਉਂਕਿ ਵਿਧਾਨ ਪਾਲਿਕਾ ਦਾ 1919 ਦੇ ਵਿੱਚ ਆ ਕੇ ਕੁਝ ਚੇਂਜ ਆਉਂਦਾ, ਉਹ ਆਪਾਂ ਨੇ ਕਰਨਾ ਵਾ, ਤੁਸੀਂ ਇੱਥੇ ਸਮਝੋ। ਠੀਕ ਆ, 1853 ਦੇ ਚਾਰਟਰ ਐਕਟ ਦੇ ਤਹਿਤ ਵਿਧਾਨ ਪਾਲਿਕਾ ਦਾ ਨਿਰਮਾਣ ਹੁੰਦਾ। ਠੀਕ ਆ, 1909 ਮਾਰਲੇ ਮਿੰਟੋ ਅੰਦੋਲਨ ਦੇ ਤਹਿਤ ਜਿਹੜੀ ਸਾਡੀ ਵਿਧਾਨ ਪਾਲਿਕਾ, ਇਹਦੇ ਵਿੱਚ ਕੀ ਹੁੰਦਾ ਬੇਟਾ, ਚੋਣਾਂ ਦਾ ਪ੍ਰਬੰਧ ਹੁੰਦਾ ਏ। ਠੀਕ ਹੈ, ਇਹ ਚੀਜ਼ ਆਪਾਂ ਪੜ੍ਹ ਚੁੱਕੇ ਆ, ਬਹੁਤ ਚੰਗੀ ਤਰ੍ਹਾਂ ਪੜ੍ਹ ਚੁੱਕੇ ਆ। ਠੀਕ ਆ, ਪਰ ਇੱਥੇ ਆ ਜਾਓ ਹੁਣ 1919 ਦਾ ਮੌਂਟਿੰਗ ਚੈਮਸਫੋਰਡ, ਇਹਦੇ ਤਹਿਤ ਕੀ ਹੁੰਦਾ ਵਾ, ਇਹਦੇ ਤਹਿਤ ਸਾਡੀ ਵਿਧਾਨ ਪਾਲਿਕਾ ਦੇ ਬਣਦੇ ਨੇ 2 ਸਦਨ, ਤੇ ਸੀਕੁਐਂਸ ਏਦਾਂ ਯਾਦ ਰੱਖ ਲਿਓ। 1853 ਜਿਹੜਾ ਚਾਰਟਰ ਐਕਟ ਹੈ, ਵਿਧਾਨ ਪਾਲਿਕਾ ਦਾ ਨਿਰਮਾਣ ਹੋਇਆ। ਉਸ ਤੋਂ ਬਾਅਦ 1909 ਦਾ ਮਾਰਲੀਮੈਂਟੋ, ਇਹਦੇ ਵਿੱਚ ਵਿਧਾਨ ਪਾਲਿਕਾ ਦੇ ਵਿੱਚ ਚੋਣਾਂ ਦਾ ਪ੍ਰਬੰਧ ਹੋਇਆ। ਤੇ ਅਸੀਂ ਹੁਣ ਕਰ ਰਹੇ ਹਾਂ 1919 ਮੌਂਟਿੰਗ ਚੈਮਸਫੋਰਡ, ਇਹਦੇ ਵਿੱਚ ਵਿਧਾਨ ਪਾਲਿਕਾ ਦੇ 2 ਸਦਨ ਬਣੇ। ਠੀਕ ਆ, ਉੱਪਰਲਾ ਸਦਨ ਅਤੇ ਹੇਠਲਾ ਸਦਨ। ਠੀਕ ਆ, ਕਲੀਅਰ ਹੋ ਗਈ ਨਾ ਇਹ ਗੱਲ। ਇਹਨਾਂ ਨੂੰ ਆਹ ਚੀਜ਼ ਮੈਂ ਤੁਹਾਨੂੰ ਬੈਕ ਤਾਂ ਕਰਾਈ ਆ, ਵੈਸੇ ਇਹ ਚੀਜ਼ ਆਪਾਂ ਕਰ ਚੁੱਕੇ ਆ ਵੀ ਤੁਸੀਂ ਵਿਧਾਨ ਪਾਲਿਕਾ ਦਾ ਸੀਕੁਐਂਸ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਆ ਵੀ ਕਿਹੜੇ ਐਕਟ ਦੇ ਤਹਿਤ ਵਿਧਾਨ ਪਾਲਿਕਾ ਦਾ ਨਿਰਮਾਣ ਹੁੰਦਾ ਵਾ, ਕਿਹੜੇ ਐਕਟ ਦੇ ਤਹਿਤ ਵਿਧਾਨ ਪਾਲਿਕਾ ਦੇ ਵਿੱਚ ਚੋਣਾਂ ਦਾ ਪ੍ਰਬੰਧ ਹੁੰਦਾ ਵਾ, ਕਿਹੜੇ ਐਕਟ ਦੇ ਤਹਿਤ ਵਿਧਾਨ ਪਾਲਿਕਾ ਦੇ 2 ਸਦਨ ਬਣਦੇ ਆ, ਉੱਪਰਲਾ ਸਦਨ ਤੇ ਹੇਠਲਾ ਸਦਨ। ਠੀਕ ਆ, ਉਸ ਤੋਂ ਬਾਅਦ ਸਾਡਾ ਆਉਂਦਾ ਜਿਵੇਂ ਆਪਾਂ 1909 ਵਾਲਾ ਮਾਰਲੀਮੈਂਟੋ ਅੰਦੋਲਨ ਪੜਿਆ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਨਾਂ ਨੇ ਮੁਸਲਮਾਨਾਂ ਦੀਆਂ ਅਲੱਗ ਤੋਂ ਚੋਣਾਂ ਕਰਵਾਤੀਆਂ ਸੀ, ਪੱਖਪਾਤ ਦੇ ਬੀਜ ਬੀਜੇ ਸੀ। ਠੀਕ ਆ, ਪਾਰਸ਼ੈਲਿਟੀ ਇਹਨਾਂ ਨੇ ਕਰਤੀ ਸੀਗੀ। ਠੀਕ ਆ, ਪਾਰਸ਼ੈਲਿਟੀ ਨੂੰ ਇਹਨਾਂ ਨੇ ਪ੍ਰਮੋਟ ਕੀਤਾ। ਠੀਕ ਆ, ਇਹਦੇ ਵਿੱਚ ਕੀ ਹੁੰਦਾ ਵੀ ਇੱਥੇ ਤਾਂ ਜਿਹੜਾ ਮਾਰਲੀਮੈਂਟੋ ਅੰਦੋਲਨ ਸੀ, ਇਹਦੇ ਵਿੱਚ ਤੇ ਇਹਨਾਂ ਨੇ ਇਕੱਲੀਆਂ ਮੁਸਲਮਾਨਾਂ ਦੀਆਂ ਮਤਲਬ ਚੋਣਾਂ ਨੂੰ ਜਿਹੜਾ ਸੀਗਾ ਬਹੁਮਤ ਦਿੱਤਾ, ਪਰ ਇੱਥੇ ਆ ਕੇ ਕੁਝ ਚੇਂਜ ਹੋ ਗਿਆ 1909 ਦੇ ਵਿੱਚ। ਇਹਦੇ ਵਿੱਚ ਕੀ ਹੋਇਆ ਵੀ ਜਿਹੜੀਆਂ ਮੁਸਲਮਾਨਾਂ ਦੀ ਪ੍ਰਤੀਨਿਧਤਾ ਸੀ ਨਾ, ਮੁਸਲਮਾਨਾਂ ਦੀ ਪ੍ਰਤੀਨਿਧਤਾ ਤੋਂ ਵੱਧ ਕੇ ਕੀ ਹੋਇਆ, ਇਹਦੇ ਵਿੱਚ ਹੋਇਆ ਸੀਗਾ ਇਹ ਜਿਹੜੇ ਯੂਰਪੀਅਨ ਇਹਨਾਂ ਨੂੰ ਪ੍ਰਤੀਨਿਧਤਾ ਮਿਲੀ। ਉਸ ਤੋਂ ਬਾਅਦ ਮਿਲੀ ਆਪਣੇ ਸਿੱਖਾਂ ਨੂੰ ਮਿਲੀ। ਠੀਕ ਆ, ਤੇ ਜਿਹੜੇ ਆਪਣੇ ਸੀਗੇ ਐਂਗਲੋ ਇੰਡੀਅਨ। ਠੀਕ ਆ, ਠੀਕ ਆ, ਇਹ ਚੀਜ਼ ਜ਼ਰੂਰ ਯਾਦ ਰੱਖਿਓ, ਐਂਗਲੋ ਇੰਡੀਅਨ। ਠੀਕ ਆ, ਜਾਂ ਪੁੱਛਿਆ ਜਾ ਸਕਦਾ ਵਾ ਵੀ ਕਿਹੜੇ ਐਕਟ ਦੇ ਤਹਿਤ, ਜਾਂ ਇਦਾਂ ਪੁੱਛਿਆ ਜਾ ਸਕਦਾ ਵੀ 1909 ਦੇ ਮਾਰਲੀਮੈਂਟੋ ਅੰਦੋਲਨ ਦੇ ਵਿੱਚ ਮੁਸਲਮਾਨਾਂ ਨੂੰ ਪ੍ਰਤੀਨਿਧਤਾ ਮਿਲੀ ਤੇ ਕਿਹੜੇ ਐਕਟ ਦੇ ਤਹਿਤ ਮੁਸਲਮਾਨਾਂ ਤੋਂ ਵੱਧ ਕੇ ਯੂਰਪੀਅਨਾਂ, ਸਿੱਖਾਂ ਅਤੇ ਐਂਗਲੋ ਇੰਡੀਅਨ ਨੂੰ ਪ੍ਰਤੀਨਿਧਤਾ ਮਿਲੀ। ਉੱਥੇ ਫਿਰ ਤੁਸੀਂ ਕੀ ਆਨਸਰ ਲਾਓਗੇ, ਮੌਂਟਿੰਗ ਚੈਮਸਫੋਰਡ ਐਕਟ 1919। ਠੀਕ ਆ, ਕਲੀਅਰ ਹੋ ਗਈ ਨਾ ਇੰਨੀ ਗੱਲ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਮੋਸਟ ਪੁਆਇੰਟ ਆਉਂਦਾ ਵਾ, ਚਲੋ ਵਿਧਾਨ ਪਾਲਿਕਾ ਆਪਾਂ ਕਰ ਹੀ ਲਈ, ਇੱਥੇ ਆਪਾਂ ਲਿਖ ਲੈਂਦੇ ਇਹਦਾ ਤੀਜਾ ਪੁਆਇੰਟ। ਠੀਕ ਆ, ਤੀਜਾ ਪੁਆਇੰਟ ਵੀ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਨਾ, ਸ਼ਾਇਦ ਤੁਸੀਂ ਇਹ ਸ਼ਬਦ ਪੜ੍ਹਿਆ ਵੀ ਹੋਵੇ ਕਿਤਾਬਾਂ ਦੇ ਵਿੱਚੋਂ, ਹਨਾ, ਪਰ ਇਹ ਆ ਵੀ ਸ਼ਾਇਦ ਤੁਹਾਨੂੰ ਇਸ ਸ਼ਬਦ ਦੀ ਸਮਝ ਨਾ ਆਈ ਹੋਵੇ, ਜਿਹੜੀ ਆ ਉਹ ਨਾ ਆਈ ਹੋਵੇ। ਇਹ ਕਿਹੜਾ ਪੁਆਇੰਟ ਹੈਗਾ ਵਾ, ਇਹ ਪੁਆਇੰਟ ਹੈਗਾ ਵਾ ਵੀ ਡਾਇਆਰਕੀ ਦੀ ਸ਼ੁਰੂਆਤ ਹੁੰਦੀ ਆ, ਡਾਇਆਰਕੀ ਦੀ ਸ਼ੁਰੂਆਤ ਹੁੰਦੀ ਹੈ। ਹੁਣ ਡਾਇਆਰਕੀ ਕੀ ਆ, ਧਿਆਨ ਨਾਲ ਸਮਝਿਓ, ਡਾਇਆਰਕੀ ਕੀ ਆ। ਜਿੱਦਾਂ ਤੁਹਾਨੂੰ ਸਭ ਨੂੰ ਪਤਾ ਵੀ ਅੱਜ ਸਰਕਾਰ ਸਾਡੇ ਦੇਸ਼ ਵਿੱਚ 2 ਤਰੀਕੇ ਨਾਲ ਕੰਮ ਕਰਦੀ ਆ, ਇੱਕ ਸੈਂਟਰ ਲੈਵਲ ਤੇ ਤੇ ਇੱਕ ਸਟੇਟ ਲੈਵਲ ਤੇ,
ਸਟੇਟ ਲੈਵਲ ਤੇ, ਠੀਕ ਆ। ਇੱਕ ਸਾਡੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਆ ਤੇ ਇੱਕ ਸਾਡੇ ਦੇਸ਼ ਵਿੱਚ ਰਾਜ ਸਰਕਾਰ ਆ। ਦੋ ਤਰੀਕੇ ਦੀਆਂ ਸਰਕਾਰਾਂ ਕੰਮ ਕਰਦੀਆਂ। ਸੋ ਡਿਆਰਕੀ ਦਾ ਮਤਲਬ ਕੀ ਆ ਵੀ ਜਿਹੜੀ ਸਮੁੱਚੀ ਸ਼ਕਤੀ ਆ ਉਹ ਦੋ ਹਿੱਸਿਆਂ ਦੇ ਵਿੱਚ ਹੋਣੀ, ਠੀਕ ਆ। ਕਿ ਜਿਹੜਾ ਸਰਕਾਰ ਆ ਉਹਦਾ ਦੋ ਪਾਸੜ ਰੂਪ ਹੋਣਾ। ਦੋ ਪਾਸੜ ਰੂਪ, ਡਿਆਰਕੀ ਸ਼ਬਦ ਦਾ ਮਤਲਬ ਹੀ ਇਹੀ ਆ ਵੀ ਇੱਕ ਤਾਂ ਉਹ ਸਰਕਾਰ ਜਿਹੜੀ ਸੈਂਟਰ ਲੈਵਲ ਤੇ ਕੰਮ ਕਰਦੀ ਆ ਤੇ ਇੱਕ ਉਹ ਸਰਕਾਰ ਜਿਹੜੀ ਸਟੇਟ ਲੈਵਲ ਤੇ ਕੰਮ ਕਰਦੀ ਆ, ਠੀਕ ਆ। ਇਹ ਚੀਜ਼ ਤੁਸੀਂ ਯਾਦ ਰੱਖਿਓ, ਠੀਕ ਆ। ਇੱਕ ਚੀਜ਼ ਇਹ ਵੀ ਯਾਦ ਰੱਖਿਓ ਵੀ ਜਿਹੜਾ ਡਿਆਰਕੀ ਸ਼ਬਦ ਆ ਨਾ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਆ। ਜਿਹੜਾ ਡਿਆਰਕੀ ਸ਼ਬਦ ਆ ਨਾ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਆ, ਠੀਕ ਆ। ਯੂਨਾਨੀ ਭਾਸ਼ਾ ਦਾ ਸ਼ਬਦ ਆ, ਯੂਨਾਨੀ ਭਾਸ਼ਾ ਦਾ ਸ਼ਬਦ ਆ, ਜਿਹਦਾ ਮਤਲਬ ਇਹ ਆ ਵੀ ਸ਼ਕਤੀ ਜਿਹੜੀ ਆ ਦੋ ਹਿੱਸਿਆਂ ਦੇ ਵਿੱਚ ਹੋਣੀ, ਜਾਂ ਕਹਿ ਲਓ ਵੀ ਦੋਹਰੀ ਅਵਸਥਾ ਹੋਣੀ, ਦੋਹਰੀ ਵਿਵਸਥਾ ਹੋਣੀ ਸਰਕਾਰ ਦੀ, ਇੱਕ ਸੈਂਟਰ ਲੈਵਲ ਤੇ ਇੱਕ ਸਟੇਟ ਲੈਵਲ ਤੇ, ਠੀਕ ਆ। ਤੇ ਉਸ ਤੋਂ ਬਾਅਦ ਇਹਦੇ ਵਿੱਚ ਆਉਂਦਾ ਵਾ ਚੌਥਾ ਪੁਆਇੰਟ। ਚੌਥਾ ਪੁਆਇੰਟ ਇਹਦੇ ਵਿੱਚ ਆਉਂਦਾ ਏ ਕਿ, ਜਾਂ ਕਹਿ ਲਓ ਵੀ ਚੌਥਾ ਪੁਆਇੰਟ ਕਹਿੰਦਾ, ਚੌਥਾ ਪੁਆਇੰਟ ਬਹੁਤ ਹੀ ਈਜ਼ੀ ਆ, ਵੈਸੇ ਸੁਣ ਕੇ ਯਾਦ ਰੱਖ ਲਿਓ, ਜੇ ਲਿਖਣਾ ਤੇ ਲਿਖ ਵੀ ਲਓ। ਚੌਥਾ ਪੁਆਇੰਟ ਕਹਿੰਦਾ ਵੀ ਜ਼ਿੰਮੇਵਾਰ ਸਰਕਾਰ ਦੀ ਸ਼ੁਰੂਆਤ ਹੋਈ। ਜ਼ਿੰਮੇਵਾਰ ਸਰਕਾਰ ਦੀ ਸ਼ੁਰੂਆਤ ਹੋਈ, ਠੀਕ ਆ। ਜ਼ਿੰਮੇਵਾਰ ਸਰਕਾਰ ਤਾਂ ਆਪੇ ਬਣਨੀ ਸੀ ਜਦੋਂ ਡਿਆਰਕੀ ਸਿਸਟਮ ਲਾਗੂ ਹੋ ਗਿਆ। ਡਿਆਰਕੀ ਸਿਸਟਮ ਕੀ ਸੀ ਵੀ ਸਰਕਾਰਾਂ ਸਾਡੇ ਦੇਸ਼ ਵਿੱਚ ਦੋ ਤਰੀਕੇ ਦੇ ਨਾਲ ਕੰਮ ਕਰਨਗੀਆਂ। ਇੱਕ ਸਰਕਾਰ ਸੈਂਟਰ ਲੈਵਲ ਤੇ ਹੋਊਗੀ ਤੇ ਇੱਕ ਸਰਕਾਰ ਸਟੇਟ ਲੈਵਲ ਤੇ ਹੋਊਗੀ। ਸੋ ਇਹਦੇ ਵਿੱਚ ਜ਼ਿੰਮੇਵਾਰ ਸਰਕਾਰ ਦੀ ਸ਼ੁਰੂਆਤ ਹੁੰਦੀ ਹੈ, ਠੀਕ ਆ। ਉਸ ਤੋਂ ਬਾਅਦ ਸਾਡਾ ਨੈਕਸਟ ਆਉਂਦਾ ਐਕਟ GOI ਐਕਟ 1935 ਤੇ ਇਹ ਐਕਟ ਜਿਹੜਾ ਵਾ I can't explain ਵੀ ਕਿੰਨਾ ਜ਼ਿਆਦਾ ਇੰਪੋਰਟੈਂਟ ਆ। ਕਹਿਣ ਦਾ ਭਾਵ ਵੀ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਵੀ ਇਹ ਐਕਟ ਤੁਹਾਡੇ ਲਈ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਆ। ਅੱਜ ਤੱਕ ਇਸ ਐਕਟ ਦੇ ਵਿੱਚੋਂ ਕਦੀ ਵੀ ਏਦਾਂ ਹੋਇਆ ਨਹੀਂ ਵੀ ਸਾਨੂੰ ਕੋਈ ਕੁਐਸਚਨ ਨਾ ਆਵੇ। 1935 ਦੇ ਐਕਟ ਦੇ ਵਿੱਚੋਂ ਇੱਕ ਅੱਧਾ MCQ ਬਣਦਾ ਹੀ ਬਣਦਾ ਵਾ, ਚਾਹੇ ਉਹ ਮਾਡਰਨ ਹਿਸਟਰੀ ਦੇ ਵਿੱਚ ਆ ਜੇ ਤੇ ਚਾਹੇ ਉਹ ਆ ਜੇ ਸਾਡੀ ਇੰਡੀਅਨ ਪੋਲੀਟੀਕਲ ਦੇ ਵਿੱਚ। ਤੇ ਚਲੋ ਆਪਾਂ ਪੜ੍ਹਦੇ ਹਾਂ GOI ਐਕਟ 1935 ਤੇ ਇਹਦਾ ਮੋਸਟ ਇੰਪੋਰਟੈਂਟ ਮੈਂ ਕਿਉਂ ਦੱਸਿਆ ਵੀ ਜਿੰਨੇ ਵੀ ਹੁਣ ਤੱਕ ਆਪਾਂ ਐਕਟ ਪੜ੍ਹੇ ਆ ਨਾ, ਜਿੰਨੇ ਵੀ ਪੜ੍ਹੇ ਆ ਸਾਰੇ ਐਕਟਾਂ ਨਾਲੋਂ ਇੰਪੋਰਟੈਂਟ ਐਕਟ ਆ GOI ਐਕਟ 1935। ਕਿਉਂ ਇੰਪੋਰਟੈਂਟ ਆ? ਕਿਉਂਕਿ ਇਹ ਐਕਟ ਸਾਰਿਆਂ ਨਾਲੋਂ ਲੰਬਾ ਐਕਟ ਆ, ਸਾਰੇ ਐਕਟਾਂ ਨਾਲੋਂ ਲੰਬਾ ਐਕਟ ਆ। ਕਿਹੜਾ ਐਕਟ? GOI ਐਕਟ 1935 ਤੇ ਪਹਿਲਾ ਹੀ ਪੁਆਇੰਟ ਫਿਰ ਆਪਾਂ ਕੀ ਲਿਖਾਂਗੇ? ਸਾਰੇ ਐਕਟਾਂ ਨਾਲੋਂ ਸਭ ਤੋਂ ਲੰਮਾ ਐਕਟ ਹੈ। ਸਾਰੇ ਐਕਟਾਂ ਨਾਲੋਂ ਲੰਬਾ ਐਕਟ ਹੈ, ਠੀਕ ਆ। ਸਮਝ ਆ ਗਈ ਨਾ ਕਹਾਣੀ? ਸਾਰੇ ਐਕਟਾਂ ਨਾਲੋਂ ਲੰਮਾ ਐਕਟ ਹੈ GOI ਐਕਟ। ਤੇ ਦੂਜਾ ਪੁਆਇੰਟ, ਇਹਦੇ ਸਾਰੇ ਹੀ ਪੁਆਇੰਟ ਲਿਖਦੇ ਜਾਣਾ, ਕੋਈ ਵੀ ਪੁਆਇੰਟ ਇਹਦਾ ਮਿਸ ਨਹੀਂ ਕਰਨਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਇਹਦਾ ਇੱਕ ਪੁਆਇੰਟ। ਦੂਜਾ ਹੈਗਾ ਵਾ ਆਲ ਇੰਡੀਆ ਫੈਡਰੇਸ਼ਨ ਦੀ ਸ਼ੁਰੂਆਤ। ਆਲ ਇੰਡੀਆ ਫੈਡਰੇਸ਼ਨ ਦੀ ਸ਼ੁਰੂਆਤ, ਠੀਕ ਹੈ। ਫੈਡਰੇਸ਼ਨ ਦਾ ਮਤਲਬ ਕੀ ਹੈ? ਜਿਹਨੂੰ ਅਸੀਂ ਸੰਘੀ ਢਾਂਚਾ ਕਹਿ ਦਿੰਦੇ ਆ, ਠੀਕ ਹੈ। ਆਲ ਇੰਡੀਆ ਫੈਡਰੇਸ਼ਨ ਦੀ ਸ਼ੁਰੂਆਤ ਹੁੰਦੀ ਆ, ਠੀਕ ਹੈ। ਉਸ ਤੋਂ ਬਾਅਦ ਇਹਦਾ ਤੀਜਾ ਪੁਆਇੰਟ ਆ ਵਾਧੂ ਵਿਸ਼ੇ ਵਾਇਸਰਾਏ ਕੋਲ ਹੋਣਗੇ। ਵਾਧੂ ਵਿਸ਼ੇ ਵਾਧੂ ਵਿਸ਼ੇ, ਠੀਕ ਹੈ। ਵਾਧੂ ਵਿਸ਼ੇ ਵੀ ਜਿਵੇਂ
कुछ खास विषय होंगे जिवें एजुकेशन हो गया जां कोई वित्ती प्रबंध हो गया, जां मतलब जिवें अज दी आपां एग्जाम्पल लईए भी अज दे जिहड़े साडे कुछ क विषय आ जिन्हां ते PM दा कंट्रोल आ, ठीक है, ते जिहड़ा प्रैजीडेंट आ, ठीक है, जिहड़ा साडे देश दा प्रैजीडेंट आ, राष्ट्रपति आ, ਉਹ ना मात्र दा कारज साधक मुखी आ, पर ਇਹਦਾ मतलब ਇਹ ਤਾਂ ਨਹੀਂ ਕਿ ਉਹਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਆ, ਪਰ ਕੀ ਹੈਗੀ ਆ ਵੀ ਇਹ ਸਿਗਨੇਚਰ ਕਰਦਾ ਵਾ, ਇਹਦੇ ਸਿਗਨੇਚਰ ਤੋਂ ਬਿਨਾ ਸਾਡੇ ਦੇਸ਼ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਇੰਪੋਸੀਬਲ ਆ, ਠੀਕ ਆ। ਇਸ ਕਰਕੇ ਜਿਵੇਂ ਕੁਝ ਵਿਸ਼ਿਆਂ ਤੇ ਸੈਂਟਰ ਸਰਕਾਰ ਦਾ ਕੰਟਰੋਲ ਹੁੰਦਾ ਵਾ ਤੇ ਕੁਝ ਵਿਸ਼ਿਆਂ ਤੇ ਆਪਣੇ ਹੁੰਦਾ ਵਾ ਸਟੇਟ ਲੈਵਲ ਤੇ ਕੰਟਰੋਲ ਹੁੰਦਾ ਵਾ, ਠੀਕ। ਜਿਹੜੇ ਕੁਝ ਵਿਸ਼ੇ ਬਚ ਜਾਂਦੇ ਸੀ ਵਾਧੂ ਵਿਸ਼ੇ, ਉਹਨਾਂ ਤੇ ਕੰਟਰੋਲ ਇਹਦੇ ਵਿੱਚ ਕਿਹਾ ਗਿਆ ਵੀ ਵਾਇਸਰਾਏ ਕੋਲ ਹੋਣਗੇ ਵਾਧੂ ਵਿਸ਼ੇ। GOI ਐਕਟ 1935 ਦੇ ਤਹਿਤ ਇਹ ਵਾਲੀਆਂ ਗੱਲਾਂ ਜਿਹੜੀਆਂ ਆਪਣੀਆਂ ਕਈਆਂ ਗਈਆਂ, ਠੀਕ ਆ। ਅੱਗੇ ਤੁਸੀਂ ਚੌਥਾ ਪੁਆਇੰਟ ਲਿਖੋ। ਚੌਥਾ ਪੁਆਇੰਟ ਕਹਿੰਦਾ ਵੀ ਡਿਆਰਕੀ ਦਾ ਖਾਤਮਾ, ਠੀਕ ਹੈ, ਡਿਆਰਕੀ ਦਾ ਖਾਤਮਾ ਕਹਿੰਦੇ ਹੋਇਆ। ਹੁਣ ਤੁਸੀਂ ਇਹ ਸੋਚਦੇ ਹੋਣੇ ਆ ਵੀ ਪਹਿਲਾਂ ਆਪਾਂ ਕੀਤਾ ਵੀ ਡਿਆਰਕੀ ਦਾ ਮਤਲਬ ਆ ਵੀ ਸ਼ਕਤੀ ਦੋ ਹਿੱਸਿਆਂ ਦੇ ਵਿੱਚ ਹੋਣਾ, ਇੱਕ ਸੈਂਟਰ ਲੈਵਲ ਤੇ ਇੱਕ ਸਟੇਟ ਲੈਵਲ ਤੇ ਇਹਨਾਂ ਨੇ ਆ ਕੇ ਡਿਆਰਕੀ ਖਤਮ ਕਰਤੀ। ਪਰ ਉਹ ਡਿਆਰਕੀ ਦੇ ਵਿੱਚ ਆਪਾਂ ਇੱਕ ਚੀਜ਼ ਚੰਗੀ ਤਰ੍ਹਾਂ ਪੜਾਂਗੇ ਵੀ ਉਹ ਡਿਆਰਕੀ ਦੇ ਵਿੱਚ ਕੀ ਸੀ, ਸਿਰਫ ਵਿਸ਼ਿਆਂ ਬਾਰੇ। ਉਹ ਵਾਲੀ ਜਿਹੜੀ ਆਪਾਂ 1919 ਵਾਲੀ ਡਿਆਰਕੀ ਪੜ੍ਹੀ ਹੈ ਨਾ, ਉਹ ਡਿਆਰਕੀ ਕਹਿੰਦੀ ਸੀ ਵੀ ਵਿਸ਼ਿਆਂ ਦੀ ਦੋ ਪੱਧਰ ਤੇ ਵੰਡ ਹੋਊਗੀ, ਵਿਸ਼ਿਆਂ ਦੀ ਦੋ ਪੱਧਰ ਤੇ ਵੰਡ। ਜਿਹੜੀ 1919 ਵਾਲੀ ਡਿਆਰਕੀ ਸੀ ਨਾ, ਇਹਨਾਂ ਨੇ ਸਿਰਫ ਵਿਸ਼ਿਆਂ ਦੀ ਵੰਡ ਕੀਤੀ ਸੀ ਦੋ ਲੈਵਲ ਤੇ। ਇੱਕ ਵਿਸ਼ੇ ਇਹਨਾਂ ਨੇ ਸੈਂਟਰ ਲੈਵਲ ਤੇ ਦੇਤੇ ਤੇ ਇੱਕ ਵਿਸ਼ੇ ਇਹਨਾਂ ਨੇ ਸਟੇਟ ਲੈਵਲ ਤੇ ਦੇਤੇ। ਪੂਰੀ ਸ਼ਕਤੀ ਨਹੀਂ ਸੀ ਵੀ ਪੂਰਾ ਕੰਟਰੋਲ ਨਹੀਂ ਸੀ, ਇਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ। ਇਹਨਾਂ ਨੇ ਸਿਰਫ ਵਿਸ਼ੇ ਵੰਡੇ ਸੀ ਦੋ ਹਿੱਸਿਆਂ ਦੇ ਵਿੱਚ। ਤੇ GOI ਐਕਟ 1935 ਕਹਿੰਦਾ ਨਾ ਬਈ ਇਹ ਕੰਮ ਗਲਤ ਆ, ਕਹਿੰਦਾ ਤੁਸੀਂ ਪੂਰੀ ਸ਼ਕਤੀ ਡਿਵਾਈਡ ਕਰੋ ਦੋ ਹਿੱਸਿਆਂ ਦੇ ਵਿੱਚ। ਵੀ ਜਿਹੜਾ ਸਟੇਟ ਲੈਵਲ ਤੇ ਬੰਦਾ ਬੈਠਾ, ਜੋ ਵੀ ਅਸੀਂ ਬਿਠਾਵਾਂਗੇ ਆਪਣੀ ਕੁਰਸੀ ਤੇ, ਜੇ ਅੱਜ ਦੀ ਐਗਜ਼ਾਮਪਲ ਲੈ ਲਓ ਜਿਵੇਂ ਸਾਡਾ ਮੁੱਖ ਮੰਤਰੀ ਆ, ਉਹ ਆਪੇ, ਜਾਂ ਕਹਿ ਲਓ ਵੀ ਗਵਰਨਰ ਆ, ਰਾਜਪਾਲ ਆ, ਉਹ ਆਪੇ ਸਟੇਟ ਨੂੰ ਸੰਭਾਲਣਗੇ, ਠੀਕ ਆ। ਤੇ ਸੈਂਟਰ ਲੈਵਲ ਤੇ ਕੌਣ ਸੰਭਾਲੂਗਾ, ਜਿਵੇਂ ਅੱਜ ਦਾ ਮੋਦੀ। ਤੇ ਪਰ ਉਦੋਂ ਕੀ ਸੀ, ਜਿਹੜਾ 1919 ਵਾਲਾ ਮੈਂਟਿੰਗ ਚੈਮਸਫੋਰਡ ਸੀ, ਉਹ ਕਹਿੰਦਾ ਵੀ ਉਹਨੇ ਸਿਰਫ ਇਹਦੇ ਜਿਹੜੀ 1919 ਵਾਲੀ ਡਿਆਰਕੀ ਸੀ, ਇਹਦੇ ਵਿੱਚ ਕੀ ਸੀ ਵੀ ਸਿਰਫ ਵਿਸ਼ਿਆਂ ਦੀ ਪੂਰੀ ਸ਼ਕਤੀ ਨਹੀਂ, ਸਿਰਫ ਵਿਸ਼ਿਆਂ ਦੀ ਦੋ ਪੱਧਰ ਤੇ ਵੰਡ ਹੋਊਗੀ। ਪਰ ਇਹਨੇ ਡਿਆਰਕੀ ਉਹ ਵਾਲੀ ਖਤਮ ਕਰਤੀ, ਕਹਿੰਦਾ ਨਾ ਬਈ ਨਾ, ਪੂਰੀ ਸ਼ਕਤੀ ਵੰਡੋ ਦੋ ਹਿੱਸਿਆਂ ਦੇ ਵਿੱਚ, ਫਿਰ ਪਤਾ ਲੱਗੂਗਾ। ਪੂਰੀ ਸ਼ਕਤੀ ਵੰਡੋ ਦੋ ਹਿੱਸਿਆਂ ਦੇ ਵਿੱਚ, ਫਿਰ ਪਤਾ ਲੱਗੂਗਾ, ਠੀਕ ਆ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ, ਅੱਜ ਅਸੀਂ ਕਹਿੰਦੇ ਆ ਨਾ ਵੀ ਅਨੁਸੂਚਿਤ ਜਨਜਾਤੀਆਂ ਇਹਨਾਂ ਦੀਆਂ ਚੋਣਾਂ ਦਾ ਰਾਖਵਾਂ ਕਰਨੇ ਆ, ਠੀਕ ਆ। ਉਹ ਰਾਖਵਾਂ ਕਰਨ ਕਿਹੜੇ ਐਕਟ ਦੇ ਤਹਿਤ ਹੋਇਆ ਵਾ, GOI ਐਕਟ 1935, ਠੀਕ ਆ, ਲਿਖ ਲਓ। ਇਸ ਐਕਟ ਦੇ ਤਹਿਤ ਆਪਣਾ ਹੁੰਦਾ ਵਾ, ਏਦਾਂ ਲਿਖ ਲਓ, SC ਤੇ ST ਚੋਣਾਂ ਦਾ ਰਾਖਵਾਂ ਕਰਨ, ਠੀਕ ਆ। ਮੋਸਟ ਇੰਪੋਰਟੈਂਟ ਪੁਆਇੰਟ, ਅਸੀਂ ਜਦੋਂ ਭਾਰਤੀ ਰਿਜ਼ਰਵ ਬੈਂਕ ਦੀ ਗੱਲ ਕਰਦੇ ਹਾਂ ਤੇ ਫਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ, ਜਿਵੇਂ ਮੈਂ ਪਹਿਲਾਂ ਸਟਾਰਟਿੰਗ 'ਚ ਦੱਸਿਆ ਸੀ, ਕਲਾਸ ਦੀ ਸਟਾਰਟਿੰਗ ਦੇ ਵਿੱਚ, ਵੀ ਹਰ ਇੱਕ ਚੀਜ਼ ਦੇ ਪਿੱਛੇ ਉਹਦਾ ਸਰੋਤ ਕੰਮ ਕਰਦਾ ਵਾ। ਸਾਡੀ ਭਾਰਤੀ ਰਿਜ਼ਰਵ ਬੈਂਕ ਦੇ ਪਿੱਛੇ ਵੀ ਕੋਈ ਸਰੋਤ ਆ, ਉਹ ਸਰੋਤ ਕਿਹੜਾ ਆ, GOI ਐਕਟ 1935, ਕਿਉਂਕਿ GOI ਐਕਟ 1935 ਦੇ ਤਹਿਤ ਸਾਡੀ ਕੀ ਹੁੰਦੀ ਆ, ਰਿਜ਼ਰਵ ਬੈਂਕ ਦੀ ਸਥਾਪਨਾ, ਠੀਕ ਆ। ਭਾਰਤੀ ਰਿਜ਼ਰਵ ਬੈਂਕ ਦੀ
ਸਥਾਪਨਾ, ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ। ਠੀਕ ਆ, ਮੋਸਟ ਇੰਪੋਰਟੈਂਟ ਪੁਆਇੰਟ ਆ। ਇਹਦਾ ਇੱਕ ਪੁਆਇੰਟ ਲਿਖਦੇ ਜਾਣਾ ਵਾ। ਠੀਕ ਆ, ਜਿਹੜਾ ਅੱਜ ਦਾ ਮਿਆਂਮਾਰ ਦੇਸ਼ ਆ ਨਾ, ਮਿਆਂਮਾਰ, ਠੀਕ ਆ, ਤੁਸੀਂ ਸੁਣਿਆ ਹੋਊਗਾ ਮਿਆਂਮਾਰ। ਜਦੋਂ ਅਸੀਂ ਜਿਓਗ੍ਰਾਫੀ ਦੇ ਵਿੱਚ ਪੜ੍ਹਦੇ ਆ ਨਾ ਵੀ ਭਾਰਤ ਦੇ ਨਾਲ ਕਿਹੜੇ ਕਿਹੜੇ ਦੇਸ਼ਾਂ ਦੀ ਸਰਹੱਦ ਲੱਗਦੀ ਆ, ਤੇ ਉਹਦੇ ਵਿੱਚ ਅਸੀਂ ਮਿਆਂਮਾਰ ਵੀ ਪੜ੍ਹਦੇ ਆ। ਠੀਕ ਆ, ਮਿਆਂਮਾਰ ਬਗਾਨਾ ਨਹੀਂ ਸੀ, ਮਿਆਂਮਾਰ ਵੀ ਸਾਡਾ ਹੀ ਹਿੱਸਾ ਸੀ, ਸਾਡੇ ਇੰਡੀਆ ਦਾ ਪਾਰਟ ਸੀ। ਉਸ ਟਾਈਮ ਤੇ ਇਹਦਾ ਨਾਮ ਕੀ ਸੀ? ਬਰਮਾ। ਉਸ ਟਾਈਮ ਤੇ ਇਹਦਾ ਨਾਮ ਕੀ ਸੀਗਾ? ਬਰਮਾ। ਸੋ ਮਿਆਂਮਾਰ ਜਿਹੜਾ ਵਾ ਇਹ ਵੀ ਸਾਡੇ ਦੇਸ਼ ਵਿੱਚੋਂ ਨਿਕਲਿਆ ਵਾ, ਜਿਵੇਂ ਬੰਗਲਾਦੇਸ਼ ਜਿਹੜਾ ਵਾ ਸਾਡੇ ਦੇਸ਼ ਵਿੱਚੋਂ ਨਿਕਲਿਆ ਵਾ। ਵੀ ਲਾਰਡ ਕਰਜ਼ਨ ਨੇ ਕੀ ਕੀਤਾ ਸੀ? ਬੰਗਾਲ ਦੀ ਦੋ ਹਿੱਸਿਆਂ ਦੇ ਵਿੱਚ ਵੰਡ ਕਰਤੀ ਸੀ। ਇੱਕ ਜਿਹੜਾ ਪੱਛਮੀ ਬੰਗਾਲ ਉਹ ਇੱਕ ਸਟੇਟ ਬਣ ਕੇ ਰਹਿ ਗਿਆ ਸਾਡੇ ਇੰਡੀਆ ਦੇ ਵਿੱਚ, ਤੇ ਜਿਹੜੀ ਉਹਦੀ ਦੂਜਾ ਪਾਰਟ ਜਿਹੜਾ ਉਹਦਾ ਅਲੱਗ ਕੀਤਾ ਉਹਦੇ ਤੋਂ ਬੰਗਲਾਦੇਸ਼ ਇੱਕ ਅਲੱਗ ਕੰਟਰੀ ਉਹਨਾਂ ਨੇ ਬਣਾਤੀ ਸੀ। ਠੀਕ ਹੈ ਤਾਂ ਉਹ ਵੀ ਸਾਡਾ ਹੀ ਪਾਰਟ ਸੀ ਜੇ ਅਸੀਂ ਪਾਸਟ ਦੀ ਗੱਲ ਕਰੀਏ। ਠੀਕ ਉਸੇ ਤਰ੍ਹਾਂ ਜਿੱਦਾਂ ਅਸੀਂ ਬੰਗਾਲ ਦੀ ਗੱਲ ਕਰਦੇ ਹਾਂ, ਠੀਕ ਉਸੇ ਤਰ੍ਹਾਂ ਹੀ ਜਿਹੜਾ ਮਿਆਂਮਾਰ ਆ, ਠੀਕ ਆ, ਇਹ ਸਾਡੇ ਹੀ ਦੇਸ਼ ਦਾ ਪਾਰਟ ਸੀਗਾ। ਇਹਦਾ ਉਸ ਟਾਈਮ ਤੇ ਨਾਮ ਕੀ ਸੀ? ਬਰਮਾ ਕੀ ਸੀ? ਸਾਡੇ ਇੰਡੀਆ ਦੀ ਇੱਕ ਸਟੇਟ ਹੁੰਦੀ ਸੀ। ਠੀਕ ਆ, ਤੇ ਜਿਹੜਾ ਬਰਮਾ ਵਾ ਇਹ ਸਾਡੇ ਭਾਰਤ ਤੋਂ ਕਿਹੜੇ ਐਕਟ ਦੇ ਤਹਿਤ ਵੱਖ ਹੋਇਆ? GOI ਐਕਟ 1935। ਬਰਮਾ ਨੂੰ ਭਾਰਤ ਤੋਂ ਵੱਖ ਕਰਨਾ। ਠੀਕ ਹੈ, ਬਰਮਾ ਨੂੰ ਭਾਰਤ ਤੋਂ ਵੱਖ ਕਰਨਾ। ਇੱਕ ਪੁਆਇੰਟ ਕਹਿੰਦਾ ਵੀ ਮੈਨੂੰ ਛੱਡਿਓ ਨਾ। ਠੀਕ ਆ, GOI ਐਕਟ 1935 ਦਾ ਇੱਕ ਪੁਆਇੰਟ ਕਹਿੰਦਾ ਵੀ ਮੈਨੂੰ ਛੱਡਿਓ ਨਾ। ਠੀਕ ਆ, ਉਸ ਤੋਂ ਬਾਅਦ ਇਹਦਾ 8ਵਾਂ ਪੁਆਇੰਟ ਵੈਰੀ ਇੰਪੋਰਟੈਂਟ। ਅੱਜ ਸਾਡੇ ਦੇਸ਼ ਦੇ ਵਿੱਚ ਸੰਘੀ ਢਾਂਚਾ ਹੈ। ਠੀਕ ਹੈ, ਸੰਘੀ ਢਾਂਚਾ ਅਸੀਂ ਕਿਹੜੇ ਦੇਸ਼ ਤੋਂ ਕਾਪੀ ਕੀਤਾ? ਇਹ ਮੈਂ ਅੱਗੇ ਜਾ ਕੇ ਆਪਾਂ ਸੋਮੇ ਪੜਾਂਗੇ। ਠੀਕ ਆ, ਅਸੀਂ ਕੈਨੇਡਾ ਤੋਂ ਕਾਪੀ ਕੀਤਾ ਹੈ। ਠੀਕ ਹੈ, ਤੇ ਇਹ ਸੰਘੀ ਢਾਂਚੇ ਦੀ ਗੱਲ ਸਭ ਤੋਂ ਪਹਿਲਾਂ ਜਾਨੀ ਕਿ ਸੰਘੀ ਢਾਂਚੇ ਦਾ ਸਰੋਤ ਕੀ ਆ? GOI ਐਕਟ 1935। ਜਾਨੀ ਕਿ ਸੰਘੀ ਢਾਂਚਾ, ਜਾਂ ਲਿਖ ਲਓ ਸੰਘੀ ਢਾਂਚੇ ਦੀ ਸਥਾਪਨਾ। ਠੀਕ ਹੈ, ਸਥਾਪਨਾ। ਠੀਕ ਹੈ, 1937 ਲਿਖਿਓ ਬ੍ਰੈਕਟ ਦੇ ਵਿੱਚ। ਠੀਕ ਹੈ, ਇੱਕ ਚੀਜ਼ ਯਾਦ ਰੱਖਿਓ, ਇੱਥੇ ਸੁਣ ਲਓ ਧਿਆਨ ਨਾਲ। ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆ ਜੇ ਵੀ ਸੰਘੀ ਢਾਂਚੇ ਦੀ ਸਥਾਪਨਾ, ਫੈਡਰਲ ਸਟਰਕਚਰ ਦੀ ਸਥਾਪਨਾ ਜਿਹੜੀ ਆ ਉਹ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਹੋਈ, ਤੇ ਉੱਥੇ 1935 ਨਾ ਟਿਕ ਕਰ ਆਇਓ, ਕਿਉਂਕਿ ਜਿਹੜਾ GOI ਐਕਟ 1935 ਆ ਇੱਥੇ ਇਹਨਾਂ ਨੇ ਸਿਰਫ ਆਰਡਰ ਦਿੱਤਾ ਸੀ, ਜਾਨੀ ਕਿ ਵੀ ਲਾਗੂ ਨਹੀਂ ਸੀ ਹੋਇਆ। ਇਹਨਾਂ ਨੇ ਕਿਹਾ ਕਿ ਸੰਘੀ ਢਾਂਚੇ ਦੀ ਜਿਹੜੀ ਸਥਾਪਨਾ ਵਾ ਵੀ ਉਹਦੇ ਲਈ ਇਹਨਾਂ ਨੇ ਆਰਡਰ ਦੇਤਾ, ਤੇ ਪਰ ਇਹ ਲਾਗੂ ਕਦੋਂ ਹੋਇਆ ਸੀ? 1937 ਦੇ ਵਿੱਚ ਹੋਇਆ ਸੀ। ਪਰ ਇਹ 35 ਵਾਲੇ ਚ ਤੇ ਇਹਨਾਂ ਨੇ ਇਹੋ ਹੀ ਕਿਹਾ ਸੀ ਨਾ ਵੀ ਸੰਘੀ ਢਾਂਚੇ ਦੀ ਸਥਾਪਨਾ ਕੀਤੀ ਜਾਵੇਗੀ। ਇਹ ਨਹੀਂ ਸੀ ਇਹਨਾਂ ਨੇ ਕਿਹਾ ਵੀ ਹੋ ਜੂਗੀ, ਪਰ ਹੋਈ ਕਦੋਂ? 1937 ਦੇ ਵਿੱਚ ਜਾ ਕੇ। ਸੋ ਬਹੁਤ ਹੀ ਇੰਪੋਰਟੈਂਟ ਪੁਆਇੰਟ ਸੀ GOI ਐਕਟ 1935 ਦੇ, ਤੇ ਇਹ ਸਾਰੇ ਦੇ ਸਾਰੇ ਨੋਟ ਡਾਊਨ ਕਰ ਲੈਣੇ ਆ। ਇਹਨਾਂ ਦੇ ਵਿੱਚੋਂ ਤੁਹਾਡੇ 8 ਤੋਂ 9 MCQ ਬਣਦੇ ਆ। ਠੀਕ ਆ, ਤੇ ਹਰ ਇੱਕ MCQ ਫਿਰ ਕੀ ਹੋ ਜਾਂਦਾ ਏ? ਇੰਪੋਰਟੈਂਟ ਹੋ ਜਾਂਦਾ ਏ। ਬਚਿਆ ਆਪਣਾ ਇੱਕ ਹੀ ਐਕਟ ਆਪਣਾ ਬਚਿਆ ਵਾ, ਉਹ ਹੈਗਾ ਵਾ ਭਾਰਤੀ ਆਜ਼ਾਦੀ ਐਕਟ 1947। ਠੀਕ ਆ, ਹੋ ਸਕਦਾ ਤੁਸੀਂ ਉਹ ਐਕਟ ਪਹਿਲਾਂ ਪੜ੍ਹਿਆ ਵੀ ਹੋਵੇ, ਕਿਉਂਕਿ ਬਹੁਤ ਵੱਡੀ ਚੀਜ਼ ਆ ਸਾਡੇ ਦੇਸ਼ ਦੀ ਉਹਦੇ ਵਿੱਚ। ਠੀਕ ਆ, ਤੇ ਐਦਾਂ ਤੇ ਹੋ ਨਹੀਂ ਸਕਦਾ ਵੀ ਕਿਸੇ ਨੇ ਪੜ੍ਹਿਆ ਨਾ ਹੋਵੇ। ਚਲੋ ਜੇ ਕਿਸੇ ਨੇ ਨਹੀਂ ਵੀ ਪੜ੍ਹਿਆ ਤੇ ਅੱਜ ਆਪਾਂ ਪੜ੍ਹ ਲੈਂਦੇ ਆ। ਠੀਕ ਆ, ਆਪਣਾ ਲਾਸਟ ਹੈਗਾ ਸੀ ਭਾਰਤੀ ਆਜ਼ਾਦੀ ਐਕਟ 1947। ਠੀਕ ਆ, ਜੇ ਤੁਹਾਨੂੰ ਕੋਈ ਲੱਗਿਆ ਨਾ ਵੀ ਇਸ ਐਕਟ ਦੇ ਤਹਿਤ ਹੋਰ ਵੀ ਕੁਝ ਹੋਇਆ ਸੀ, ਜੋ ਵੀ ਤੁਹਾਨੂੰ ਲੱਗਦਾ ਭਾਰਤੀ ਐਕਟ 1947 ਦੇ ਵਿੱਚ ਤੁਹਾਨੂੰ ਜਿੰਨੀ ਵੀ ਹੋਰ ਕੋਈ ਨੌਲੇਜ ਆ ਨਾ, ਕਮੈਂਟ ਦੇ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ ਵਾ। ਇਹਦੇ ਤਹਿਤ ਕੀ ਹੋਇਆ ਸੀ? ਭਾਰਤ
ਅਤੇ ਪਾਕਿਸਤਾਨ ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼। ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼। ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼। ਇਹਦੇ ਵਿੱਚ ਕੀ ਹੋਇਆ? ਵਾਇਸਰਾਏ ਦੇ ਅਹੁਦੇ ਦਾ ਖਾਤਮਾ ਹੋ ਗਿਆ। ਠੀਕ ਹੈ, ਵੈਰੀ ਇੰਪੋਰਟੈਂਟ ਪੁਆਇੰਟ ਆ ਵਾਲਾ ਸਟਾਰ ਮਾਰਕ ਕਰ ਲਓ। ਵਾਇਸਰਾਏ ਦੇ ਅਹੁਦੇ ਦਾ ਖਾਤਮਾ। ਵਾਇਸਰਾਏ ਦੇ ਅਹੁਦੇ ਦਾ ਖਾਤਮਾ। MCQ ਕਿੱਦਾਂ ਆਊਗਾ? ਕਿਹੜੇ ਐਕਟ ਦੇ ਤਹਿਤ ਵਾਇਸਰਾਏ ਦਾ ਅਹੁਦਾ ਭਾਰਤ ਵਿੱਚੋਂ ਖਤਮ ਹੋ ਗਿਆ? ਭਾਰਤੀ ਆਜ਼ਾਦੀ ਐਕਟ 1947। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਪਹਿਲਾ ਪੁਆਇੰਟ ਕੀ ਦੇਤਾ ਸੀਗਾ ਇਹਦੇ ਵਿੱਚ? ਵੀ ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼ ਹੋਣਗੇ। ਠੀਕ ਹੈ, ਦੂਜੀ ਗੱਲ ਇਹਨਾਂ ਨੇ ਕੀ ਕਹਿਤੀ? ਵੀ ਵਾਇਸਰਾਏ ਦਾ ਅਹੁਦੇ ਦਾ ਖਾਤਮਾ ਕਰ ਦੇਵਾਂਗੇ। ਤੇ ਤੀਜਾ ਪੁਆਇੰਟ ਇਹਨਾਂ ਨੇ ਕਹਿਤਾ ਵੀ ਭਾਰਤ ਤੇ ਪਾਕਿਸਤਾਨ ਜਿੱਦਾਂ ਦੋ ਆਜ਼ਾਦ ਦੇਸ਼ ਹੋਣਗੇ, ਕਿਹਾ ਸੀ ਇਹਨਾਂ ਨੇ ਇੱਥੇ ਹੋਣਗੇ। ਫਿਰ ਇਹਨਾਂ ਨੇ ਦੀ ਘੋਸ਼ਣਾ ਕਰਤੀ, ਇਹਨਾਂ ਨੇ ਇੱਕ ਤਰੀਕ ਦੇਤੀ। ਇਹਨਾਂ ਨੇ 15 ਅਗਸਤ 1947 15 ਅਗਸਤ 1947 ਨੂੰ ਜਾਂ ਏਦਾਂ ਲਿਖ ਲਓ 15 ਅਗਸਤ 1947 ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੀ ਘੋਸ਼ਣਾ ਹੋਈ। ਆਜ਼ਾਦੀ ਦੀ ਘੋਸ਼ਣਾ ਹੋਈ। ਠੀਕ ਆ, ਦੀ ਘੋਸ਼ਣਾ ਹੋਈ। ਇਸੇ ਕਰਕੇ ਅਸੀਂ ਠੀਕ ਹੈ ਇੰਡੀਪੈਂਡੈਂਸ ਡੇ ਅਸੀਂ ਮਨਾਉਂਦੇ ਆ 15 ਅਗਸਤ 1947 ਨੂੰ। ਠੀਕ ਆ, ਨਿਬੜ ਗਈ ਕਹਾਣੀ। ਜਿਹੜੇ ਆਪਣੇ 3 ਐਕਟ ਰਹਿੰਦੇ ਸੀ ਉਹ ਵੀ ਆਪਾਂ ਕੰਪਲੀਟ ਕਰ ਲਏ। ਕਿਹੜੇ ਕਿਹੜੇ ਕੀਤੇ ਸੀਗੇ ਆਪਾਂ? 1919 ਮੌਂਟਿੰਗ ਚੈਮਸਫੋਰਡ ਐਕਟ ਕੀਤਾ ਵਾ, ਜਿਹਦੇ ਵਿੱਚ ਕੀ ਹੁੰਦਾ ਵਾ? ਜਿਹਦੇ ਵਿੱਚ ਸਾਡੀ ਵਿਧਾਨ ਪਾਲਿਕਾ ਦੇ ਕੀ ਬਣਦੇ ਆ? 2 ਸਦਨ ਬਣਦੇ ਆ। ਠੀਕ ਆ, ਮੋਸਟ ਇੰਪੋਰਟੈਂਟ ਪੁਆਇੰਟ ਸੀ ਉਹ ਵਾਲਾ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਕਿਹੜਾ ਐਕਟ? ਹਾਂ, GOI ਐਕਟ 1935। ਉਹਦੇ ਵਿੱਚ ਤਾਂ ਇੱਕ ਤੋਂ ਇੱਕ ਪੁਆਇੰਟ, ਸਾਰੇ ਦੇ ਸਾਰੇ ਪੁਆਇੰਟ ਜਿਹੜੇ ਨੇ ਇੰਪੋਰਟੈਂਟ ਨੇ। ਕੋਈ ਵੀ ਪੁਆਇੰਟ ਜਿਹੜਾ ਵਾ ਛੱਡਣ ਵਾਲਾ ਨਹੀਂ ਹੈਗਾ। ਠੀਕ ਹੈ, ਤੇ 3 ਕਲਾਸਾਂ ਆਪਣੀਆਂ ਐਕਟ ਦੀਆਂ ਹੀ ਹੋ ਗਈਆਂ। ਵੀ ਤੁਸੀਂ ਫਿਰ ਆਪ ਸੋਚੋ ਵੀ ਐਕਟ ਆਪਣੇ ਲਈ ਕਿੰਨੇ ਇੰਪੋਰਟੈਂਟ ਨੇ। ਉਸ ਤੋਂ ਬਾਅਦ ਆਪਾਂ ਲਾਸਟ ਭਾਰਤੀ ਆਜ਼ਾਦੀ ਐਕਟ ਆਪਾਂ ਕਰ ਲਿਆ। ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼ ਹੋਣਗੇ। ਵਾਇਸਰਾਏ ਦੇ ਅਹੁਦੇ ਦਾ ਖਾਤਮਾ ਹੋ ਗਿਆ ਤੇ 15 ਅਗਸਤ 1947 ਨੂੰ ਭਾਰਤ ਅਤੇ ਪਾਕਿਸਤਾਨ ਇਹਨਾਂ ਦੋਵਾਂ ਦੇਸ਼ਾਂ ਨੂੰ ਆਜ਼ਾਦ ਕਰ ਦਿੱਤਾ ਜਾਊਗਾ। ਤੇ ਆਹ ਤਰੀਕ ਨੂੰ ਇਹਨਾਂ ਨੇ ਕਿਹਾ ਵੀ ਕਰ ਦਾਂਗੇ ਘੋਸ਼ਣਾ 15 ਅਗਸਤ 1947। ਠੀਕ ਆ, ਤੇ ਇਹ ਸੀ ਆਪਣੇ ਐਕਟ। ਸਾਰੇ ਦੇ ਸਾਰੇ ਐਕਟ ਆਪਾਂ ਕਰ ਲਏ 2 ਤਰੀਕਿਆਂ ਦੇ ਨਾਲ। ਠੀਕ ਆ, ਈਸਟ ਇੰਡੀਆ ਕੰਪਨੀ ਦੇ ਐਕਟ ਸਾਰੇ ਪੜ੍ਹ ਲਏ। ਉਸ ਤੋਂ ਬਾਅਦ ਬ੍ਰਿਟਿਸ਼ ਕਰਾਊਨ ਦੇ ਐਕਟ ਆਪਾਂ ਸਾਰੇ ਦੇ ਸਾਰੇ ਪੜ੍ਹ ਲਏ। ਸੋ ਆਪਣਾ ਐਕਟਾਂ ਵਾਲਾ ਟੌਪਿਕ ਹੁੰਦਾ ਹੈ ਕੰਪਲੀਟ। ਜਿਵੇਂ ਕਹਿ ਲਓ ਵੀ ਜਿਵੇਂ ਅਸੀਂ ਇਤਿਹਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਸਰੋਤ ਪੜ੍ਹਦੇ ਹਾਂ। ਠੀਕ ਆ, ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਉਹਦੇ ਸਰੋਤ ਪੜ੍ਹਦੇ ਹਾਂ। ਜਿੱਦਾਂ ਕਹਿ ਲਓ ਵੀ ਜਦੋਂ 6th ਕਲਾਸ ਦਾ ਬੱਚਾ ਉਦੋਂ ਉਹਦੀ ਹਿਸਟਰੀ ਦੇ ਵਿੱਚ ਕੀ ਆ? SST ਦਾ ਹਿਸਟਰੀ ਵਾਲਾ ਪੋਰਸ਼ਨ ਜਿਹੜਾ ਵਾ ਉਹਦੇ ਵਿੱਚ ਪਹਿਲਾ ਹੀ ਚੈਪਟਰ ਹਿਸਟਰੀ ਦਾ ਕੀ ਆਉਂਦਾ ਵਾ? ਪੁਰਾਤੱਤਵ ਸਰੋਤ। ਹੁਣ ਤੁਸੀਂ ਸੋਚੋਗੇ ਵੀ ਮੈਮ ਸਾਨੂੰ ਇਹ ਕਿਉਂ ਦੱਸੀ ਜਾਂਦੇ? ਇਹ ਮੈਂ ਤਾਂ ਦੱਸ ਰਹੀ ਹਾਂ ਵੀ 6ਵੀਂ ਕਲਾਸ ਦਾ ਬੱਚਾ ਇਹਨੇ ਹੁਣ ਤੋਂ ਇਤਿਹਾਸ ਸ਼ੁਰੂ ਕੀਤਾ। ਇਹਨੇ 7ਵੀਂ 'ਚ ਵੀ ਪੜ੍ਹਨਾ ਵਾ, ਫਿਰ ਇਹਨੇ 8ਵੀਂ 'ਚ ਵੀ ਪੜ੍ਹਨਾ, ਫਿਰ ਇਹਨੇ 9ਵੀਂ 'ਚ ਵੀ ਪੜ੍ਹਨਾ, ਫਿਰ ਇਹਨੇ 10ਵੀਂ 'ਚ ਵੀ ਪੜ੍ਹਨਾ। ਠੀਕ ਆ, ਇਤਿਹਾਸ ਦਾ ਜਿਹੜਾ ਲੈਵਲ ਅੱਗੇ ਦੀ ਅੱਗੇ ਵੱਧਦਾ ਜਾਣਾ ਵਾ। ਠੀਕ ਆ, ਪਰ 6ਵੀਂ ਕਲਾਸ ਦੇ ਬੱਚੇ ਨੂੰ ਇਹ ਤੇ ਪਤਾ ਹੋਣਾ ਚਾਹੀਦਾ ਨਾ ਵੀ ਸਾਡਾ ਇਤਿਹਾਸ ਸਾਨੂੰ ਮਿਲਿਆ ਕਿੱਦਾਂ। ਆਖਰ ਉਹਦੇ ਲਈ ਕੋਈ ਸਰੋਤ ਹੋਣਗੇ ਤੇ ਉਹਨਾਂ ਸਰੋਤਾਂ ਬਾਰੇ ਬੱਚੇ ਨੂੰ ਪਹਿਲਾਂ ਪੜ੍ਹਾਇਆ ਜਾਂਦਾ ਵਾ। ਇਸੇ ਕਰਕੇ ਇਤਿਹਾਸ ਦਾ ਪਹਿਲਾ ਚੈਪਟਰ ਜਿਹੜਾ ਉਹ ਪੁਰਾਤੱਤਵ ਸਰੋਤ ਆ, ਜਿਹੜਾ ਕਿ 6ਵੀਂ ਕਲਾਸ ਦਾ ਚੈਪਟਰ ਆ। ਠੀਕ ਹੈ, ਇਹ ਬਹੁਤ ਹੀ ਵੱਡੀ ਐਗਜ਼ਾਮਪਲ ਆ। ਠੀਕ ਉਸੇ ਤਰ੍ਹਾਂ ਹੀ ਜਦੋਂ ਅਸੀਂ ਭਾਰਤੀ
ਸੰਵਿਧਾਨ ਦੀ ਸ਼ੁਰੂਆਤ ਕਰਦੇ ਹਾਂ ਜਾਂ ਭਾਰਤ ਦੀ ਜਿੰਨਾ ਵੀ ਪੋਲੀਟੀਕਲ ਸਟਰਕਚਰ ਆ ਉਹਦੀ ਗੱਲ ਕਰਦੇ ਹਾਂ ਤੇ ਉਹ ਸਟਰਕਚਰ ਵੀ ਸਾਡਾ ਕੁਝ ਸਰੋਤਾਂ ਤੇ ਡਿਪੈਂਡ ਕਰਦਾ ਵਾ ਤੇ ਉਹ ਸਰੋਤ ਕਿਹੜੇ ਨੇ? ਇਹ ਸਾਰੇ ਐਕਟ ਸੀਗੇ ਤੇ ਆਪਾਂ ਇੰਡੀਅਨ ਪੋਲੀਟੀਕਲ ਦੇ ਸਰੋਤ ਪੜ੍ਹ ਚੁੱਕੇ ਆ ਤੇ ਹੁਣ ਆਪਣਾ ਹੋਊਗਾ ਭਾਰਤੀ ਸੰਵਿਧਾਨ ਦਾ ਨਿਰਮਾਣ ਤੇ ਜਿਹਦੇ ਫਸਾਦ ਜਿਹੜੇ ਆ ਉਹ ਕਿੱਥੋਂ ਸ਼ੁਰੂ ਹੋ ਜਾਂਦੇ ਆ 1942 ਦੇ ਵਿੱਚ ਤੇ ਆਪਾਂ ਕਰਾਂਗੇ ਭਾਰਤੀ ਸੰਵਿਧਾਨ ਦਾ ਨਿਰਮਾਣ ਤੇ ਮਿਲਦੇ ਫਿਰ ਆਪਾਂ ਕਲਾਸ 2 ਦੇ ਵਿੱਚ ਤੇ ਸਾਰੇ ਕਰੋ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤਿੰਨੇ ਕਲਾਸਾਂ ਤੁਸੀਂ ਲਾਈਆਂ, ਤਿੰਨੋਂ ਪਾਰਟ ਤੁਸੀਂ ਦੇਖੇ ਨੇ ਚੰਗੀ ਤਰ੍ਹਾਂ ਤੇ ਤੁਹਾਨੂੰ ਸਾਰੇ ਐਕਟ ਜਿਹੜੇ ਨੇ ਚੰਗੀ ਤਰ੍ਹਾਂ ਆਉਣ ਲੱਗ ਗਏ ਨੇ ਤੇ ਪ੍ਰੋਪਰ ਨੋਟਸ ਬਣਾਉਂਦੇ ਰਹਿਣਾ ਤੇ ਮਿਲਦੇ ਆਪਾਂ ਦੂਜੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ, ਰੱਬ ਰਾਖਾ।